ਗੁੱਡ ਈਵਨਿੰਗ ਫਰੈਂਡਸ। ਅੱਜ ਆਪਾਂ ਗੱਲ ਕਰਾਂਗੇ ਸੈਕਸ਼ਨ 9 ਦੀ ਟਿਪ ਆਈਡੈਂਟੀਫਿਕੇਸ਼ਨ ਦੀ। ਕੱਲ੍ਹ ਆਪਾਂ ਸੈਕਸ਼ਨ 9 ਦੇ ਬੇਸਿਕ ਰਕਸ ਪੜ੍ਹ ਚੁੱਕੇ ਸੀਗੇ। ਟਿਪ ਆਈਡੈਂਟੀਫਿਕੇਸ਼ਨ ਪੀਰੀਅਡ ਕਿਸ ਟਾਈਮ ਕਿਸ ਵਾਸਤੇ ਰਿਕੁਆਇਰਡ ਹੁੰਦੀ ਹੈ? ਉਸ ਕੇਸ ਦੇ ਵਿੱਚ ਜਿਸ ਓਫੈਂਡਰ ਦਾ ਨੇਮ ਨਹੀਂ ਮੈਂਸ਼ਨ ਵੈਨ ਦਾ ਓਫੈਂਡਰ ਨੇਮ ਇਜ਼ ਨੋਟ ਮੈਂਸ਼ਨ ਬਾਈ ਦਾ ਆਈ ਵਿਟਨੈਸ। ਜਿਹੜਾ ਜਿਹਨੇ ਕ੍ਰਾਈਮ ਕੀਤਾ ਉਹ ਆਈ ਵਿਟਨੈਸ ਨੇ ਉਹਦਾ ਨਾਮ ਨਹੀਂ ਮੈਂਸ਼ਨ ਕੀਤਾ, ਉਸ ਕੇਸ ਦੇ ਵਿੱਚ ਇਹਦਾ ਪਰਪਸ ਬੇਸਿਕਲੀ ਹੈਗਾ ਕਿ ਆਪਾਂ ਆਈਡੈਂਟੀਟੀ ਰਿਲੀਜ਼ ਕਰਨੀ ਹੈ ਕਿਸ ਪਰਸਨ ਦੀ ਅਕਿਊਜ਼ ਦੀ, ਅਤੇ ਟਰਸਟੀਵਰਦੀਨੈਸ ਦਿਖਾਉਣੀ ਹੈ ਐਵੀਡੈਂਸ ਦੇ ਵਿੱਚ ਵੀ ਆਈਡੈਂਟੀਫਾਈ ਕਰਨ ਤੋਂ ਬਾਅਦ ਕਿ ਆਪਾਂ ਕਹਿੰਦੇ ਕਿ ਜੋ ਵੀ ਆਪਾਂ ਐਵੀਡੈਂਸ ਦੇ ਰਹੇ ਹੋ ਐਗਜ਼ੈਕਟ ਉਸ ਪਰਸਨ ਦੇ ਬਾਰੇ। ਆਈਡੈਂਟੀਫਿਕੇਸ਼ਨ ਆਫ ਵਟ ਕਿ ਜਾਂ ਤਾਂ ਕਿਸੇ ਪਰਸਨ ਦੀ ਆਈਡੈਂਟੀਫਿਕੇਸ਼ਨ ਹੋਵੇ ਜਾਂ ਕਿਸੇ ਚੀਜ਼ ਦੀ। ਟੈਸਟ ਆਈਡੈਂਟੀਫਿਕੇਸ਼ਨ ਪੀਰੀਅਡ ਜਿਹੜੀ ਹੈ ਐਜ਼ ਸੂਨ ਐਜ਼ ਪੋਸੀਬਲ ਕੰਡਕਟ ਹੋ ਜਾਣੀ ਚਾਹੀਦੀ ਹੈ। ਐਕਿਊਜ਼ ਕਦੇ ਵੀ ਟਿਪ ਆਈਡੈਂਟੀਫਿਕੇਸ਼ਨ ਪੀਰੀਅਡ ਨੂੰ ਰਿਫਿਊਜ਼ ਨਹੀਂ ਕਰ ਸਕਦਾ। ਇਹ ਜਿਹੜੀ ਇਹਦੇ ਵਿੱਚ ਸੈਕਸ਼ਨ ਸਟੇਟਡ ਆਫ ਸੈਕਸ਼ਨ 54A ਦੇ ਵਿੱਚ ਹੈ। ਵੈਸੇ ਤਾਂ ਟਿਪ ਦੀ ਆਈਡੈਂਟੀਫਿਕੇਸ਼ਨ ਜਿਹੜੀ ਐਵੀਡੈਂਟਰੀ ਵੈਲਿਊ ਹੈ ਉਹ ਬਹੁਤ ਜ਼ਿਆਦਾ ਵੀਕ ਹੈ, ਆਪਾਂ ਇਹਨੂੰ ਸਟਰੋਂਗ ਐਵੀਡੈਂਸ ਨਹੀਂ ਮੰਨ ਸਕਦੇ। ਇਹ ਜਸਟ ਇੱਕ ਪ੍ਰੋਸੈਸ ਹੈ ਅਕਿਊਜ਼ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ। ਇਹਦੇ ਵਿੱਚ ਕੀ ਕਿ ਇੱਕੋ ਜੇ ਜਿਵੇਂ ਮੰਨ ਲਓ ਕਿਸੇ ਦੇ ਅਗੇਂਸਟ ਆਪਾਂ ਐਲੀਗੇਸ਼ਨ ਲਗਾ ਰਹੇ, ਟਿਪ ਆਈਡੈਂਟੀਫਿਕੇਸ਼ਨ ਟ੍ਰੇਡ ਦੇ ਵਿੱਚ ਉਹਦੇ ਨਾਲ ਦੇ ਹੀ ਮਿਲਦੇ ਜੁਲਦੇ ਫੇਸ ਵਾਲੇ ਪਰਸਨਸ ਨੂੰ ਲਿਆਇਆ ਜਾਂਦਾ ਆਈਡੈਂਟੀਫਿਕੇਸ਼ਨ ਕਰਾਉਣ ਲਈ, ਤਾਂ ਕਿ ਜਿਹੜਾ ਵਿਕਟਮ ਹੈ ਉਹ ਕਿਸੇ ਫੈਕਟ ਮੈਨੀਪੂਲੇਟ ਨਾ ਕਰਦਾ ਹੋਵੇ, ਕਿਸੇ ਨੂੰ ਬੇਮਤਲਬ ਤੋਂ ਇਲਜ਼ਾਮ ਨਾ ਲਗਾਉਂਦਾ ਹੋਵੇ। ਇਸ ਲਈ ਸੇਮ ਤਰ੍ਹਾਂ ਦੇ ਫੇਸ ਕੱਟ ਵਾਲੇ ਪਰਸਨਸ ਨੂੰ ਟਿਪ ਆਈਡੈਂਟੀਫਿਕੇਸ਼ਨ ਪੀਰੀਅਡ ਦੇ ਵਿੱਚ ਰੱਖਿਆ ਜਾਂਦਾ। ਵੈਸੇ ਤਾਂ ਕੋਈ ਵੀ ਇਨਵੈਸਟੀਗੇਸ਼ਨ ਏਜੰਸੀ ਇੱਦਾਂ ਦੇ ਬਾਊਂਡ ਨਹੀਂ ਹੈ ਜਦ ਤੱਕ ਕਿ ਐਕਿਊਜ਼ ਦੀ ਆਈਡੈਂਟੀਟੀ 'ਤੇ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਨਾ ਹੋਇਆ ਹੋਵੇ। ਨਾ ਹੀ ਐਕਿਊਜ਼ ਨੂੰ ਰਾਈਟ ਹੈ ਕਿ ਉਹ ਕਵੇ ਕਿ ਮੇਰੀ ਜੀ ਜੇ ਤੁਸੀਂ ਜੀ ਟਿਪ ਆਈਡੈਂਟੀਫਿਕੇਸ਼ਨ ਟ੍ਰੇਡ ਕਰਾਓ ਤਦ ਮੈਂ ਮਤਲਬ ਫਰਦਰ ਪ੍ਰੋਸੈਸ ਦੇ ਵਿੱਚ ਗੋ ਥਰੂ ਕਰੂੰਗਾ। ਟਿਪ ਇਜ਼ ਟੂ ਬੀ ਕੰਡਕਟਡ ਐਜ਼ ਸੂਨ ਐਜ਼ ਅਰਲੀ ਐਜ਼ ਪੋਸੀਬਲ। ਇਹਦੇ ਕੋਈ ਫਿਕਸ ਰੂਲ ਨਹੀਂ ਹੈਗਾ, ਨਾ ਕੋਈ ਪੀਰੀਅਡ ਪ੍ਰਿਸਕ੍ਰਾਈਬ ਹੈ, ਬਟ ਇਹ ਜਿਹੜਾ ਹੈਗਾ ਐਕਸਟਰਾ ਆਰਡੀਨਰੀ ਡਿਲੇ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਸ਼ੈਡੋ ਰੇਜ਼ ਹੋ ਜਾਂਦੀ ਹੈ ਪ੍ਰੋਸੀਕਿਊਸ਼ਨਸ ਕੇਸਿਸ ਦੇ ਉੱਤੇ, ਸ਼ੈਡੋ ਰੇਜ਼ ਹੋ ਜਾਂਦੀ ਹੈ ਕਿ ਫੈਕਟ ਧੁੰਦਲੇ ਹੋ ਜਾਂਦੇ ਨੇ। ਬੰਦਾ ਕੁਛ ਟਾਈਮ ਬੀਤਣ ਤੋਂ ਬਾਅਦ ਉਹਨਾਂ ਫੈਕਟਸ ਨੂੰ ਭੁੱਲਣਾ ਸ਼ੁਰੂ ਹੋ ਜਾਂਦਾ, ਜਾਂ ਫੇਸ ਕੱਟਸ ਜਾਂ ਜਿਹੜੇ ਉਹਨਾਂ ਦੇ ਫੀਚਰਸ ਆ ਉਹਨੂੰ ਭੁੱਲ ਜਾਂਦਾ। ਇਸ ਕਰਕੇ ਜਿੰਨੀ ਜਲਦੀ ਹੋ ਸਕੇ ਕ੍ਰਾਈਮ ਅਕਰ ਹੋਣ ਤੋਂ ਬਾਅਦ ਟੈਸਟ ਆਈਡੈਂਟੀਫਿਕੇਸ਼ਨ ਪੀਰੀਅਡ ਕਰਵਾ ਲੈਣੀ ਚਾਹੀਦੀ ਹੈ ਅਗਰ ਆਈਡੈਂਟੀ ਕੁਐਸਚਨੇਬਲ ਹੈ ਤਾਂ। ਇਹਦੇ ਵਿੱਚ ਜਿਹੜਾ ਕੇਸ ਲੋ ਹੈ ਬ੍ਰਿਜ ਮੋਹਨ ਵਰਸਸ ਸਟੇਟ ਆਫ ਰਾਜਸਥਾਨ। ਟੈਸਟ ਆਫ ਗੁੱਡ ਐਂਡ ਰਿਲਾਇਬਲ ਆਈਡੈਂਟੀਫਿਕੇਸ਼ਨ ਇਜ਼ ਪ੍ਰੋਮਪਟਨੈਸ ਆਫ ਹੋਲਡਿੰਗ ਦਾ ਟਿਪ ਆਫਟਰ ਦਾ ਅਰੈਸਟ ਆਫ ਦਾ ਕਲਪ੍ਰਿਟ। ਜਿੱਦਾਂ ਹੀ ਇੱਕ ਕਲਪ੍ਰਿਟਸ ਨੂੰ ਅਰੈਸਟ ਕੀਤਾ ਗਿਆ ਨਾਲੋਂ ਨਾਲ ਉਹਨਾਂ ਦੀ ਟਿਪ ਆਈਡੈਂਟੀਫਿਕੇਸ਼ਨ ਹੋ ਜਾਣੀ ਚਾਹੀਦੀ ਹੈ। ਇਟ ਸ਼ੋ ਦਾ ਜੈਨੂਇਨਨੈਸ ਔਰ ਫੇਅਰਨੈਸ ਪ੍ਰੋਸੈਸ ਦਿਖਾਉਂਦਾ। ਇਨ ਦਿਸ ਕੇਸ ਐਕਿਊਜ਼ ਪਰਸਨ ਪ੍ਰੋਡਿਊਸ ਬਿਫੋਰ ਦਾ ਮੈਜਿਸਟਰੇਟ ਐਂਡ ਪੁੱਟ ਔਨ ਦਾ ਟਿਪ ਵਿਦਨ ਦਾ 24 ਆਰ ਆਫ ਅਰੈਸਟ। ਜਿੱਦਾਂ ਹੀ ਪਰਸਨ ਨੂੰ ਅਰੈਸਟ ਕੀਤਾ ਜਾਂਦਾ, ਵੈਸੇ ਵੀ ਜਨਰਲ ਰੂਲ ਵੀ ਇਹੀ ਕਹਿੰਦਾ ਕਿ ਜਦੋਂ ਵੀ ਕਿਸੇ ਪਰਸਨ ਨੂੰ ਅਰੈਸਟ ਕੀਤਾ ਜਾਵੇ 24 ਘੰਟਿਆਂ ਦੇ ਵਿਦਿਨ ਉਹਨੂੰ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕਰਨਾ ਜ਼ਰੂਰੀ ਹੈ, ਜਾਂ ਫਿਰ ਉਸ ਮੈਜਿਸਟਰੇਟ ਕੋਲ ਪੇਸ਼ ਕਰਨਾ ਜ਼ਰੂਰੀ ਹੈ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ, ਉਸ ਏਰੀਆ ਦੇ ਮੈਜਿਸਟਰੇਟ ਨੂੰ। ਦੇਰ ਇਜ਼ ਅ ਡਿਊਟੀ ਔਨ ਦਾ ਪ੍ਰੋਸੀਕਿਊਸ਼ਨ ਟੂ ਹੈਲਡ ਟਿਪ ਐਟ ਅਰਲੀਐਸਟ ਬਟ ਨੋ ਟਾਈਮ ਲਿਮਿਟ ਕੈਨ ਬੀ ਫਿਕਸਡ। ਇਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਫਿਕਸ, ਬਟ ਐਜ਼ ਸੂਨ ਐਜ਼ ਪੋਸੀਬਲ ਹੋ ਜਾਣੀ ਚਾਹੀਦੀ ਹੈ। ਇਫ ਟਿਪ ਵਾਜ਼ ਹੈਲਡ ਆਫਟਰ ਫਿਊ ਮੰਥਸ ਆਫ ਦਾ ਇੰਸੀਡੈਂਟ ਬਟ ਵਿਦਨ ਦਾ 24 ਆਰ ਆਫ ਦੇ ਅਰੈਸਟ, ਦੈਨ ਇਹ ਜਿਹੜੀ ਟ੍ਰਿਪ ਹੈ ਉਹ ਵੈਲਿਡ ਐਂਡ ਐਡਮਿਸਿਬਲ ਮੰਨੀ ਜਾਏਗੀ। ਵੈਸੇ ਤਾਂ ਇੰਸੀਡੈਂਟ ਅਗਰ ਹੋਏ ਨੂੰ ਬਹੁਤ ਦੇਰ ਹੋ ਗਈ, ਬਟ ਅਗਰ ਅਕਿਊਜ਼ ਨੂੰ 24 ਘੰਟੇ ਪਹਿਲਾਂ ਫੜ ਕੇ ਟਿਪ ਆਈਡੈਂਟੀਫਿਕੇਸ਼ਨ ਕਰਾਈ ਗਈ ਹੈ ਤਦ ਉਹ ਜਿਹੜੀ ਆਈਡੈਂਟੀਫਿਕੇਸ਼ਨ ਉਹ ਕੀ ਹੋ ਜਾਏਗੀ, ਵੈਲਿਡ ਹੋ ਜਾਏਗੀ। ਅਗਰ ਆਪਾਂ ਫੋਟੋ ਦੇ ਥਰੂ ਟਿਪ ਕਰਵਾਉਂਦੇ ਹਾਂ, ਆਈਡੈਂਟੀਫਿਕੇਸ਼ਨ ਕਰਾਉਂਦੇ ਹਾਂ ਫੋਟੋਜ਼ ਦਿਖਾ ਕੇ, ਤਦ ਉਹ ਜਿਹੜੀ ਹੈ ਵੈਲਿਡ ਹੈ। ਇਹਦੇ ਵਿੱਚ ਜਿਹੜਾ ਵੈਲਿਡ ਕੇਸ ਲੋ ਹੈਗਾ ਉਹ ਹੈਗਾ ਲਕਸ਼ਮੀ ਦਾਸ ਸੇਠੀ ਵਰਸਸ ਸਟੇਟ ਆਫ ਤਮਿਲਨਾਡੂ 1998 ਦੇ ਸੁਪਰੀਮ ਕੋਰਟ ਦੀ ਰੂਲਿੰਗ ਹੈ। ਟਿਪ ਨੂੰ ਹੋਲਡ ਕਰਨਾ ਕੰਪਲਸਰੀ ਨਹੀਂ ਹੈ, ਈਵਨ ਵੇਅਰ ਐਕਿਊਜ਼ ਡਿਮਾਂਡਡ ਐਂਡ ਪ੍ਰੋਸੀਕਿਊਸ਼ਨ ਇਜ਼ ਨੋਟ ਬਾਊਂਡ ਟੂ ਸੋ। ਅਗਰ ਅਕਿਊਜ਼ ਕਵੇ ਜਾਂ ਪ੍ਰੋਸੀਕਿਊਸ਼ਨ ਵੀ ਇਸ ਚੀਜ਼ ਦੇ ਵਿੱਚ ਬਾਊਂਡ ਨਹੀਂ ਕੀਤਾ ਜਾਂਦਾ ਕਿ ਕੰਪਲਸਰੀ ਜਿਹੜੀ ਹੈ ਟਿਪ ਨੂੰ ਕੀਤਾ ਜਾਵੇ। ਇਹਦੇ ਵਿੱਚ ਜਿਹੜਾ ਕੇਸ ਲੋ ਹੈਗਾ ਉਹ ਸੁੰਦਰ ਨਾਰਾਇਣ ਵਰਸਸ ਸਟੇਟ ਆਫ ਯੂਪੀ ਵੀ ਸੁਪਰੀਮ ਕੋਰਟ ਦੀ ਰੂਲਿੰਗ ਹੈ। ਹੁਣ ਨੈਕਸਟ ਕੰਸੈਪਟ ਹੈ ਹਾਊ ਟੂ ਆਈਡੈਂਟੀਫਾਈ ਦਾ ਐਕਿਊਜ਼ ਨੂੰ ਕਿੱਦਾਂ ਆਈਡੈਂਟੀਫਾਈ ਕੀਤਾ ਜਾ ਸਕਦਾ। ਉਹਦੇ ਏਜ, ਹਾਈਟ, ਵੇਟ, ਸਾਈਜ਼, ਕਲਰ, ਕੰਪਲੈਕਸ਼ਨ, ਫੁੱਟ ਮਾਰਕਸ, ਫਿੰਗਰਪ੍ਰਿੰਟਸ ਦੇ ਨਾਲ ਕੀਤਾ ਜਾ ਸਕਦਾ, ਜਾਂ ਉਹਦੀ ਹੈਲਪ ਦੇ ਨਾਲ, ਹੈਲਪ ਆਫ ਵੌਇਸ ਦੇ ਨਾਲ। ਪਰ ਵੌਇਸ ਨੂੰ ਬਹੁਤ ਜ਼ਿਆਦਾ ਰਿਲਾਇਬਲ ਸੋਰਸ ਨਹੀਂ ਮੰਨਿਆ ਜਾਂਦਾ, ਜਾਂ ਫਿਰ ਸਨੀਫਰ ਡੋਗਸ ਦੇ ਨਾਲ। ਸਨੀਫਰ ਡੋਗ ਨੂੰ ਆਪਾਂ ਉਹਦੀ ਸਟੇਟਮੈਂਟ 'ਤੇ ਰਿਲਾਈ ਕਰ ਸਕਦੇ ਹਾਂ, ਬਟ ਸ਼ੱਕ ਦੇ ਤਹਿਤ। ਠੀਕ ਹੈ ਜੀ। ਗਾਈਡਲਾਈਨ ਫॉर ਫੋਲੋਇੰਗ ਦ ਟਿਪ ਕੀ ਹੈ? should be done as soon as possible, should be taken care that before the identification witness will not have opportunity to saw the accused। ਕਿ ਜਦੋਂ ਟਿਪ ਕਰਾਈ ਜਾਏਗੀ ਉਸ ਤੋਂ ਪਹਿਲਾਂ ਐਕਿਊਜ਼ ਨੂੰ ਵਿਟਨੈਸਿਸ ਨੂੰ ਨਹੀਂ ਦਿਖਾਇਆ ਜਾਏਗਾ, ਪਹਿਲਾਂ ਉਹਨਾਂ ਨੂੰ ਮਿਲਵਾਇਆ ਨਹੀਂ ਜਾਏਗਾ ਕਿ ਹਾਂਜੀ ਇਹਨਾਂ ਜੋ ਤੁਸੀਂ ਕਰਨਾ ਹੈ। ਔਰ ਜਿਹੜਾ ਵਿਕਟਮ ਹੁੰਦਾ
ਉਹਨੂੰ ਲਾਈਨ ਦੇ ਵਿੱਚ ਖੜੇ ਕਰਾ ਕੇ ਬਹੁਤ ਸਾਰੇ ਨੰਬਰ ਆਫ ਪੀਪਲਸ ਇੱਕੋ ਜਿਹੇ ਮਿਲਦੇ ਖੜਾਏ ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਉਹਦੇ ਅੱਗੇ ਰਾਊਂਡ ਲਵਾਇਆ ਜਾਂਦਾ। ਫਿਰ ਉਹਦੇ ਵਿੱਚੋਂ ਜਿਹੜਾ ਵੀ ਅਕਿਊਜ਼ ਨੂੰ ਲੱਗਦਾ ਕਿ ਹਾਂਜੀ ਇਹ ਪਰਸਨ ਨੇ ਕੀਤਾ ਹੈ, ਜਿੱਦਾਂ ਉਹਨਾਂ ਨੇ ਸਪੈਸੀਫਿਕੇਸ਼ਨ ਦਿੱਤੀ ਹੋਊਗੀ ਉਹਨਾਂ ਦੇ ਫੀਚਰਸ ਦੀ, ਜਾਂ ਉਹਦੀ ਆਵਾਜ਼ ਪਹਿਚਾਨੀ ਹੋਗੀ, ਜਾਂ ਜਿਹਦੇ ਮਤਲਬ ਮੰਨ ਲਓ ਕੋਈ ਕ੍ਰਾਈਮ ਆਪਣੀ ਅੱਖਾਂ ਨਾਲ ਹੁੰਦੇ ਦੇਖਿਆ, ਫਿਰ ਜਿਹੜੇ ਲਾਈਨ ਦੇ ਵਿੱਚ ਪਰਸਨਸ ਖੜੇ ਹੁੰਦੇ ਨੇ ਉਹਨਾਂ 'ਚੋਂ ਆਈਡੈਂਟੀਫਾਈ ਕਰਦੇ ਆ ਵਿਕਟਮ। ਕੋਰਟ ਮਸਟ ਐਕਸਕਲੂਡ ਐਵਰੀ ਪਰਸਨ ਫਰੋਮ ਦਾ ਕੋਰਟ ਰੂਮ, ਸਪੈਸ਼ਲੀ ਦਾ ਪੁਲਿਸ ਆਫਸਰ ਔਰ ਦਾ ਮੈਂਬਰ ਆਫ ਦਾ ਵਿਕਟਮ ਫੈਮਿਲੀ। ਸਾਰਿਆਂ ਨੂੰ ਕੋਰਟ ਰੂਮ 'ਚੋਂ ਉਸ ਟਾਈਮ ਤੋਂ ਲਈ ਬਾਹਰ ਕਰ ਦਿੱਤਾ ਜਾਂਦਾ, ਈਵਨ ਪੁਲਿਸ ਆਫਿਸਰਸ ਨੂੰ ਵੀ। ਪਰਸਨ ਟੂ ਬੀ ਆਈਡੈਂਟੀਫਾਈਡ ਸ਼ੁੱਡ ਬੀ ਮਿਕਸਡ ਵਿਦ ਦ ਸਫੀਸ਼ੀਐਂਟ ਨੰਬਰ ਆਫ ਦਾ ਪਰਸਨ। ਜਿਹੜੇ ਪਰਸਨ ਨੂੰ ਆਈਡੈਂਟੀਫਾਈ ਕਰਨਾ ਹੈ, ਨੰਬਰ ਆਫ ਪਰਸਨਸ ਦੇ ਵਿੱਚ ਉਹਨੂੰ ਮਿਕਸ ਕੀਤਾ ਜਾਊਗਾ, ਟੂ ਮਿਨੀਮਾਈਜ਼ ਦਾ ਪੋਸੀਬਿਲਿਟੀ ਆਫ ਚਾਂਸ ਆਫ ਆਈਡੈਂਟੀਫਿਕੇਸ਼ਨ। ਤਾਂ ਕਿ ਅਗਰ ਕੋਈ ਪਰਸਨ ਕਿਸੇ 'ਤੇ ਫੋਲਸ ਇੰਪਲੀਕੇਸ਼ਨ ਲਗਾ ਰਿਹਾ, ਫੋਲਸ ਇਲਜ਼ਾਮ ਲਗਾ ਰਿਹਾ ਕਿ ਹਾਂ ਵੀ ਇਹ ਬੰਦਾ ਨੇ ਕ੍ਰਾਈਮ ਕੀਤਾ, ਤਾਂ ਉਹਨੂੰ ਉਹਦੇ ਨਾਲ ਦੇ ਹੀ ਮਿਲਦੇ ਜੁਲਦੇ ਪਰਸਨਸ ਦੇ ਵਿਚਾਲੇ ਖੜਾ ਕੀਤਾ ਜਾਏਗਾ। ਜਨਰਲੀ ਇਜ਼ ਇਨ ਦੀ ਰੇਸ਼ੋ ਆਫ 10:1 ਦੀ ਰੇਸ਼ੋ 'ਚ ਰੱਖਿਆ ਜਾਂਦਾ। ਮਤਲਬ ਮੰਨ ਲਓ ਕਿਸੇ ਇੱਕ ਪਰਸਨ ਨੂੰ ਆਈਡੈਂਟੀਫਾਈ ਕਰਨਾ ਤਾਂ ਉਹਦੇ ਨਾਲ ਦੇ ਮਿਲਦੇ ਜੁਲਦੇ 10 ਪਰਸਨ ਖੜੇ ਕੀਤੇ ਜਾਂਦੇ ਨੇ ਲਾਈਨ ਦੇ ਵਿੱਚ, ਅਤੇ ਉਹਨਾਂ ਵਿੱਚੋਂ ਆਈਡੈਂਟੀਫਾਈ ਕਰਨਾ ਹੁੰਦਾ ਕਿ ਕਿਹੜਾ ਮੇਨ ਅਕਿਊਜ਼ਡ ਹੈ। ਦੈਨ ਨੈਕਸਟ ਹੈ ਪਰਸਨ ਵਿਦ ਹੂਮ ਹੀ ਇਜ਼ ਮਿਕਸਡ ਸ਼ੈਲ ਬੀ ਪ੍ਰੋਬਲੀ ਆਫ ਦਾ ਸੇਮ ਫੀਚਰਸ, particularly of same height, complexion etc. no tag or mark, ਕਿਸੇ ਵੀ ਤਰ੍ਹਾਂ ਦਾ ਟੈਗ ਔਰ ਮਾਰਕ ਬੋਡੀ 'ਤੇ ਅਕਿਊਜ਼ ਦੀ ਬੋਡੀ 'ਤੇ ਨਹੀਂ ਲਗਾਇਆ ਜਾਂਦਾ ਤਾਂ ਕਿ ਉਹ ਈਜ਼ੀਲੀ ਆਈਡੈਂਟੀਫਾਈ ਹੋ ਜਾਵੇ। ਚੇਂਜ ਆਫ ਪਲੇਸ, ਅਗਰ ਮੰਨ ਲਓ ਅਗਰ ਪਹਿਲਾਂ ਕਿਸੇ ਬੰਦੇ ਨੇ ਕੱਪੜੇ ਦੇਖ ਕੇ ਆਈਡੈਂਟੀਫਾਈ ਕਰ ਲਿਆ ਜੀ ਇੱਦਾਂ ਦੇ ਕੱਪੜੇ ਪਾਏ ਸੀਗੇ ਅਤੇ ਇਹੀ ਪਰਸਨ ਅਕਿਊਜ਼ ਹੈ, ਤਦ ਕੀ ਕੀਤਾ ਜਾਂਦਾ, ਕੁਛ ਟਾਈਮ ਲਈ ਵਿਕਟਮ ਨੂੰ ਬਾਹਰ ਭੇਜ ਦਿੱਤਾ ਜਾਂਦਾ। ਉਸ ਤੋਂ ਬਾਅਦ ਸਭ ਦੇ ਕੱਪੜੇ ਇੰਟਰਚੇਂਜ ਕਰਵਾ ਦਿੱਤੇ ਜਾਂਦੇ ਨੇ, ਉਹਨਾਂ ਦੇ ਪਲੇਸਿਸ ਬਦਲ ਦਿੱਤੇ ਜਾਂਦੇ ਨੇ। ਫਿਰ ਉਹਨਾਂ ਨੂੰ ਦੁਬਾਰਾ ਜਿਹੜਾ ਅਕਿਊਜ਼ ਨੂੰ ਦੁਬਾਰਾ ਬੁਲਾਇਆ ਜਾਂਦਾ ਤਾਂ ਕਿ ਉਹ ਫਿਰ ਦੁਬਾਰਾ ਵਿਟਨੈਸ ਨੂੰ ਆਈਡੈਂਟੀਫਾਈ ਕਰੇ। ਔਰ ਜਿਹੜੇ ਨੰਬਰ ਆਫ ਵਿਟਨੈਸਿਸ ਹੁੰਦੇ ਨੇ, ਮੰਨ ਲਓ ਇੱਕ ਕੇਸ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਪਰਸਨ ਇਨਵੋਲਵ ਨੇ, ਵਿਕਟਮ ਨੇ ਜਿਹੜੇ ਉਹ ਇਨਵੋਲਵ ਨੇ, ਤਾਂ ਕਿਸੇ ਵੀ ਵਿਕਟਮ ਨੂੰ ਦੂਸਰੇ ਵਿਕਟਮ ਨੂੰ ਮਿਲਣ ਦਾ ਰਾਈਟ ਨਹੀਂ ਹੁੰਦਾ ਜਦ ਟਿਪ ਹੋ ਰਹੀ ਹੁੰਦੀ ਆ, ਅਤੇ ਨਾ ਹੀ ਟਿਪ ਇੱਕ ਵਾਰੀ ਆਈਡੈਂਟੀਫਾਈ ਕਰਨ ਤੋਂ ਬਾਅਦ ਉਹ ਦੁਬਾਰਾ ਮਿਲ ਸਕਦਾ। ਜਦ ਤੱਕ ਸਾਰੇ ਪਰਸਨ ਆਈਡੈਂਟੀਫਾਈ ਨਹੀਂ ਕਰ ਦਿੰਦੇ ਤਦ ਤੱਕ ਉਹਨਾਂ ਨੂੰ ਆਪਸ ਦੇ ਵਿੱਚ ਮਿਲਣ ਨਹੀਂ ਦਿੱਤਾ ਜਾਂਦਾ। ਬੇਸਿਕਲੀ ਇਹ ਟਿਪ ਆਈਡੈਂਟੀਫਿਕੇਸ਼ਨ ਹੁੰਦੀ ਹੈ।